और वार पार के दानिया, लिख ले हो आल पताल, मोहे जम डंड न लाग गई, तजी ले ਸਰਬ ਜੰਜਾਲ। ਭਗਤ ਜੀ ਕਹਿੰਦੇ ਹਨ ਵੀ ਮੈਂ ਸਾਰੇ ਹੀ ਜੰਜਾਲ ਛੱਡ ਦਿੱਤੇ ਹਨ। ਹੁਣ ਜਿਹੜੇ ਲਿਖਣ ਵਾਲੇ ਹਨ, ਚਿੱਤਰਗੁਪਤ ਕਹਿੰਦੇ ਹਨ, ਉਹ ਕੀ ਲਿਖਣਗੇ? ਕਿਉਂਕਿ ਲਿਖਣ ਨੂੰ ਤੇ ਕੁਝ ਵੀ ਨਹੀਂ ਹੈ। ਆਦਮੀ ਕੁਛ ਕਰਦਾ ਹੋਵੇ ਸੰਸਾਰ ਦੇ ਵਿੱਚ ਤੇ ਉਹਦੇ ਬਾਰੇ ਲਿਖਿਆ ਜਾ ਸਕਦਾ ਹੈ ਵੀ ਠੀਕ ਕਰਦਾ ਹੈ ਕਿ ਗਲਤ ਕਰਦਾ ਹੈ, ਪੁੰਨ ਕਰਦਾ ਹੈ ਕਿ ਪਾਪ ਕਰਦਾ ਹੈ, ਚੰਗਾ ਕਰਦਾ ਹੈ ਕਿ ਮਾੜਾ ਕਰਦਾ। ਭਗਤ ਜੀ ਕਹਿੰਦੇ ਮੈਂ ਸਾਰੇ ਜੰਜਾਲ ਹੀ ਛੱਡ ਦਿੱਤੇ ਆ। ਐਸਾ ਨਹੀਂ ਹੈ ਵੀ ਉਹ ਛੱਡ ਕੇ ਸਭ ਕੁਛ ਬੈਠ ਗਏ ਸਨ। ਖਿਆਲ ਵਿੱਚ ਰੱਖੋ, ਕਾਰੋਬਾਰ ਤੇ ਕਰ ਹੀ ਰਹੇ ਸਨ। ਉਪਜੀਵਿਕਾ ਵਾਸਤੇ ਜੋ ਜ਼ਰੂਰੀ ਸੀ, ਸਰੀਰ ਵਾਸਤੇ, ਸਰੀਰ ਦੀਆਂ ਲੋੜਾਂ ਵਾਸਤੇ ਹੱਥਾਂ ਪੈਰਾਂ ਦੇ ਨਾਲ ਕਾਰ ਕਰ ਰਹੇ ਸਨ, ਪਰ ਮਨ ਕਰਕੇ ਨਹੀਂ ਸਨ ਉਲਝੇ ਹੋਏ। ਮਨ ਦਾ ਜੰਜਾਲ ਛੱਡਿਆ ਹੈ ਤੇ ਮਨ ਦਾ ਜੰਜਾਲ ਹੀ ਲਿਖਿਆ ਜਾਂਦਾ ਹੈ। ਮਨ ਕਰਕੇ ਹੀ ਬੰਧਨ ਹੈ ਸੰਸਾਰ ਵਿੱਚ, ਮਨ ਹੀ ਫਸਿਆ ਹੋਇਆ ਹੈ। ਸੁਰਤ ਫਸੀ ਹੈ ਨਾ ਸੰਸਾਰ ਦੇ ਵਿੱਚ, ਤਾਂ ਉਹਨਾਂ ਨੇ ਸੁਰਤ ਕੱਢ ਲਈ ਹੈ। ਧਿਆਨ ਜਿਹੜਾ ਹੈ ਨਾ ਉਹ ਹੁਣ ਸੰਸਾਰ ਦੇ ਵਿੱਚ ਨਹੀਂ ਹੈ। ਰਾਮ ਨਾਮ ਧਨ ਲਾਦੇ ਆ, ਬਿਖ ਲਾਦੀ ਸੰਸਾਰ। ਰਾਮ ਨਾਮ ਦੇ ਨਾਲ ਸੁਰਤ ਜੁੜ ਗਈ ਤੇ ਜਿਨ੍ਹਾਂ ਦੀ ਜੁੜੀ ਹੋਈ ਸੰਸਾਰ ਨਾਲ, ਤੋ ਜ਼ਹਿਰ ਲੱਦ ਰਹੇ ਹਨ। ਉਹ ਜ਼ਹਿਰ ਇਕੱਠਾ ਕਰ ਰਹੇ ਹਨ। ਤੇ ਬਾਹਰੋਂ ਸੁਰਤ ਹਟਾਉਣੀ ਬਹੁਤ ਹੀ ਕਠਿਨ ਹੈ। ਖਿਆਲ ਵਿੱਚ ਰੱਖਿਓ, ਇਹ ਅੱਜ ਮੈਂ ਇਸ ਕਾਰਨ ਵੀ ਗੱਲ ਕਰ ਰਿਹਾ ਹਾਂ ਕਿਉਂਕਿ ਕੱਲ੍ਹ ਵੀ ਟੈਲੀਫੋਨ ਆਇਆ ਸੀ, ਅੱਜ ਵੀ ਇੱਕ ਟੈਲੀਫੋਨ ਆਇਆ ਸੀ ਜਿਹਦੇ ਵਿੱਚ ਐਸੀਆਂ ਹੀ ਪ੍ਰੋਬਲਮਾਂ, ਸਮੱਸਿਆਵਾਂ ਆ ਰਹੀਆਂ ਹਨ ਉਹਨਾਂ ਨੂੰ। ਤੇ ਐਸਾ ਨਹੀਂ ਹੈ ਵੀ ਤੁਹਾਨੂੰ ਆ ਰਹੀਆਂ ਹਨ, ਭਗਤ ਜੀ ਨੂੰ ਵੀ ਉਸ ਟਾਈਮ ਐਸੀਆਂ ਸਮੱਸਿਆ ਆਈਆਂ ਸਨ। ਜਿਹੜਾ ਵੀ ਵਾਸਤਵਿਕ ਦੇ ਵਿੱਚ ਅਧਿਆਤਮ ਦੇ ਮਾਰਗ 'ਤੇ ਚੱਲੇਗਾ ਨਾ, ਉਹਨੂੰ ਹੀ ਐਸੀਆਂ ਸਮੱਸਿਆਵਾਂ ਆਉਂਦੀਆਂ ਹਨ, ਆਈਆਂ ਹਨ ਤੇ ਆਉਂਦੀਆਂ ਵੀ ਰਹਿਣਗੀਆਂ। ਇਸ ਕਾਰਨ ਹੀ ਇਹ ਮਾਰਗ ਕਠਿਨ ਹੈ। ਭਗਤ ਜੀ ਨੇ ਪਹਿਲੀਆਂ ਤੁਕਾਂ 'ਚ ਇਸੇ ਕਾਰਨ ਹੀ ਲਿਖਿਆ ਹੈ, ਘਟ ਅਵ ਘਟ ਡੂਗਰ ਕਨਾ ਇੱਕ ਨਿਰਗੁਣ ਬੈਲ। ਕਠਿਨ ਹੈ। ਕਠਿਨ ਕਿਉਂ ਹੈ? ਤੁਸੀਂ ਇਹਨੂੰ ਥੋੜ੍ਹਾ ਜਿਹਾ ਗੌਰ ਦੇ ਨਾਲ ਸਮਝੋ, ਕਠਿਨਾਈ ਕਿੱਥੇ ਆਉਂਦੀ ਹੈ। ਇੱਕ ਤੇ ਹੈ ਤੁਹਾਡਾ ਬੰਧਨ ਸੰਸਾਰ ਦੇ ਨਾਲ, ਤੁਹਾਡਾ ਮਨ ਸੰਸਾਰ ਦੇ ਨਾਲ ਜੁੜਿਆ ਹੋਇਆ ਹੈ, ਉਧਰੋਂ ਹਟਾਉਣਾ ਹੈ। ਸਥੂਲ ਚੀਜ਼ਾਂ ਨਾਲੋਂ ਤਾਂ ਤੁਸੀਂ ਆਪਣੇ ਆਪ ਹਟਾ ਸਕਦੇ ਹੋ, ਕੋਠੀਆਂ ਨਾਲੋਂ, ਬਿਲਡਿੰਗਾਂ ਨਾਲੋਂ, ਕਾਰਾਂ ਨਾਲੋਂ, ਜਾਇਦਾਦ ਨਾਲੋਂ। ਉਧਰੋਂ ਹਟਾਉਣਾ ਵੀ ਔਖਾ ਹੈ, ਪਰ ਤੁਸੀਂ ਕੋਸ਼ਿਸ਼ ਕਰੋ ਤੇ ਹਟਾ ਸਕਦੇ ਹੋ।
ਪਰ ਦੂਸਰਾ ਬੰਧਨ ਇਹ ਹੈ ਵੀ ਜਿਹੜੇ ਜੀਵਤ ਪ੍ਰਾਣੀ ਹਨ, ਜਿਨ੍ਹਾਂ ਦੇ ਨਾਲ ਤੁਸੀਂ ਬਹੁਤ ਮੋਹ ਪਾਇਆ ਹੋਇਆ ਹੈ, ਤੁਹਾਡੇ ਆਪਣੇ ਹਨ, ਪਰਿਵਾਰ ਦੇ ਮੈਂਬਰ ਹਨ, ਰਿਸ਼ਤੇਦਾਰ ਹਨ, ਯਾਰ ਮਿੱਤਰ ਦੋਸਤ ਹਨ, ਉਹਨਾਂ ਵੱਲੋਂ ਵੀ ਸੰਬੰਧ ਟੁੱਟਣਾ ਹੈ। ਅਗਰ ਤੁਸੀਂ ਤੋੜਦੇ ਹੋ ਸੰਬੰਧ ਤੇ ਇੱਕ ਤਰਫਾ ਹੈ ਤੁਹਾਡੇ ਵੱਲੋਂ ਤੋੜਨਾ, ਪਰ ਉਧਰੋਂ ਵੀ ਟੁੱਟੇਗਾ ਨਾ ਤੁਹਾਡੇ ਵੱਲੋਂ। ਖਿਆਲ ਕਰੋ, ਜਿਨ੍ਹਾਂ ਨਾਲ ਤੁਸੀਂ ਜੀ ਰਹੇ ਸੀ, ਜਿਨ੍ਹਾਂ ਦੇ ਵਿੱਚ ਰਹੇ ਹੋ, ਜੈਸੇ ਮਾਹੌਲ ਦੇ ਵਿੱਚ ਰਹੇ ਹੋ, ਜੈਸੀਆਂ ਆਦਤਾਂ ਤੁਸੀਂ ਬਣਾਈਆਂ ਹੋਈਆਂ ਹਨ, ਉਹਨਾਂ ਦੇ ਨਾਲ ਬੈਠਣ ਉੱਠਣ ਦੀਆਂ, ਖਾਣ ਪੀਣ ਦੀਆਂ, ਰਹਿਣ ਦੀਆਂ, ਗੱਲਾਂ ਕਰਨ ਦੀਆਂ, ਜਾਣ ਆਉਣ ਦੀਆਂ, ਘੁੰਮਣ ਦੀਆਂ, ਉਹ ਸਾਰੀਆਂ ਆਦਤਾਂ ਉਹਨਾਂ ਦੀਆਂ ਤੁਹਾਡੇ ਨਾਲ ਬਣ ਗਈਆਂ, ਤੁਹਾਡੀਆਂ ਉਹਨਾਂ ਨਾਲ ਬਣ ਗਈਆਂ। ਹੁਣ ਕਿਸੇ ਪ੍ਰੇਮੀ ਨੂੰ ਇਹ ਗੱਲ ਸਮਝ ਵਿੱਚ ਆ ਗਈ, ਤੁਹਾਨੂੰ ਆ ਗਈ ਸਮਝ ਵਿੱਚ, ਵੀ ਇਹ ਬੰਧਨ ਮੇਰੇ ਮਨ ਦਾ ਹੈ, ਵੀ ਮੈਂ ਇਹਨਾਂ ਦੇ ਨਾਲ ਜੁੜਿਆ ਹੋਇਆ ਹਾਂ ਅਤੇ ਦਿਨ ਰਾਤ ਸੋਚ ਰਿਹਾ ਹਾਂ ਇਹਨਾਂ ਨਾਲ ਜੁੜ ਕੇ, ਵੀ ਇਹਨਾਂ ਵੱਲੋਂ ਧਿਆਨ ਹਟਾਉਣਾ ਹੈ, ਅਤੇ ਧਿਆਨ ਹਟਾਉਣ ਵਾਸਤੇ ਉਹਨਾਂ ਵੱਲੋਂ ਮੁੱਖ ਮੋੜਨਾ ਪਵੇਗਾ, ਗੁਰੂ ਵੱਲ ਮੁੱਖ ਕਰਨਾ ਪਵੇਗਾ, ਥੋੜ੍ਹਾ ਜਿਹਾ ਪਾਸੇ ਹਟਣਾ ਪਵੇਗਾ। ਫਿਰ ਜਦੋਂ ਤੁਸੀਂ ਪਾਸੇ ਹਟੋਗੇ, ਥੋੜ੍ਹਾ ਜਿਹਾ ਧਿਆਨ ਉੱਧਰੋਂ ਹਟਾਓਗੇ ਉਹਨਾਂ ਵੱਲੋਂ, ਫਿਰ ਉਹਨਾਂ ਨੂੰ ਵੀ ਮਹਿਸੂਸ ਹੋਵੇਗਾ ਵੀ ਸਾਡੇ ਤੋਂ ਦੂਰ ਜਾ ਰਹੇ ਹਨ। ਹੁਣ ਤੁਸੀਂ ਤੇ ਬਦਲ ਰਹੇ ਹੋ ਇਸ ਕਾਰਨ ਵੀ ਤੁਹਾਨੂੰ ਪਤਾ ਲੱਗ ਗਿਆ ਹੈ ਵੀ ਸੰਸਾਰ ਮਿਥਿਆ ਹੈ, ਝੂਠ ਹੈ, ਅਸੱਤ ਹੈ, ਇਹ ਜ਼ਹਿਰ ਹੈ, ਇੱਧਰ ਨੂੰ ਨਹੀਂ ਜਾਣਾ ਹੈ। ਪਰ ਜਿਹੜੇ ਦੂਸਰੇ ਹਨ ਉਹਨਾਂ ਨੂੰ ਥੋੜ੍ਹੀ ਪਤਾ ਲੱਗਾ ਹੈ, ਜਿਹੜੇ ਤੁਹਾਡੇ ਨਾਲ ਜੁੜੇ ਹੋਏ ਸਨ। ਖਿਆਲ ਵਿੱਚ ਰੱਖੋ, ਭਾਵੇਂ ਬੱਚੇ ਹਨ, ਮਾਤਾ ਪਿਤਾ ਹਨ, ਰਿਸ਼ਤੇਦਾਰ ਹਨ, ਸਾਕ ਸੰਬੰਧੀ ਹਨ, ਉਹਨਾਂ ਨੂੰ ਥੋੜ੍ਹੀ ਪਤਾ ਹੈ ਵੀ ਤੁਸੀਂ ਬਦਲ ਰਹੇ ਹੋ। ਹੁਣ ਉਹਨਾਂ ਨੂੰ ਤਾਂ ਲੱਗਦਾ ਹੈ ਵੀ ਸਾਡੇ ਨਾਲੋਂ ਟੁੱਟ ਰਹੇ ਹਨ। ਫਿਰ ਦੂਸਰੀ ਇੱਕ ਸਮੱਸਿਆ ਹੋਰ ਆਉਂਦੀ ਹੈ ਵੀ ਇੱਕ ਤਾਂ ਤੁਸੀਂ ਟੁੱਟ ਰਹੇ ਹੋ, ਪਰ ਜਿਹਨੂੰ ਸੁਣ ਕੇ ਟੁੱਟ ਰਹੇ ਹੋ, ਸੰਸਾਰ ਨਾਲ ਬੰਧਨ ਤੋੜ ਰਹੇ ਹੋ, ਜਿਹਨੂੰ ਸੁਣ ਕੇ, ਉਹਦੇ 'ਤੇ ਵੀ ਨਾਰਾਜ਼ਗੀ ਹੁੰਦੀ ਹੈ, ਉਹਨਾਂ ਨੂੰ ਜ਼ਿਆਦਾ ਹੁੰਦੀ ਹੈ। ਅਤੇ ਸਦੀਆਂ ਤੋਂ ਹੀ ਜਿਹੜੇ ਪਰਮ ਪੁਰਖ ਹਨ ਨਾ, ਤੁਸੀਂ ਸੋਚਦੇ ਹੋ ਵੀ ਉਹਨਾਂ ਦੀ ਉਸਤਤ ਜ਼ਿਆਦਾ ਹੁੰਦੀ ਹੋਵੇਗਾ, ਨਹੀਂ, ਜੀਂਦੇ ਜੀ ਉਹਨਾਂ ਦੀ ਉਸਤਤ ਬਹੁਤ ਘੱਟ ਹੁੰਦੀ ਹੈ, ਕਿਉਂਕਿ ਉਹ ਚੋਣਵੇਂ ਲੋਕ ਹੁੰਦੇ ਹਨ ਉਸਤਤ ਕਰਨ ਵਾਲੇ, ਜਿਹੜੇ ਸਮਝਦੇ ਹਨ, ਉਹਨਾਂ ਨੂੰ ਜਾਣਦੇ ਹਨ, ਉਹਨਾਂ ਦੇ ਨੇੜੇ ਜਾਂਦੇ ਹਨ, ਅਤੇ ਜਿਹੜੇ ਸਮਝਣਗੇ ਉਹ ਹੀ ਉਸਤਤ ਕਰਨਗੇ ਨਾ। ਅਤੇ ਉਹਨਾਂ ਦੀ ਨਿੰਦਾ ਕਰਨ ਵਾਲੇ, ਅਪਮਾਨ ਕਰਨ ਵਾਲੇ, ਗਾਲਾਂ ਕੱਢਣ ਵਾਲੇ, ਬੁਰਿਆਈ ਕਰਨ ਵਾਲੇ ਹਜ਼ਾਰਾਂ ਹੀ ਹੁੰਦੇ ਹਨ। ਇਸੇ ਕਾਰਨ ਹੀ ਉਹਨਾਂ ਨੂੰ ਸੂਲੀਆਂ 'ਤੇ ਚੜ੍ਹਾ ਦਿੱਤਾ। ਅਤੇ ਬਹੁਤ ਨਾਰਾਜ਼ ਹੁੰਦੇ ਹਨ ਲੋਕ, ਜ਼ਹਿਰ ਦੇ ਦਿੰਦੇ ਹਨ, ਤਤੀਆਂ ਤਵੀਆਂ 'ਤੇ ਬਿਠਾਉਂਦੇ ਹਨ। ਨਾਰਾਜ਼ਗੀ ਹੈ ਨਾ। ਅਤੇ ਸਦੀਆਂ ਤੋਂ ਜਦੋਂ ਜੀਵਤ ਹੁੰਦਾ ਹੈ ਜਾਗਰਤ ਪੁਰਸ਼, ਅਤੇ ਉਹਦੇ ਵਿਰੋਧੀ ਜ਼ਿਆਦਾ ਹੋ ਜਾਂਦੇ ਹਨ। ਇਸੇ ਕਾਰਨ ਹੀ ਹੁਣ ਪਰਿਵਾਰ ਦਾ ਇੱਕ ਮੈਂਬਰ ਹੈ ਜਿਹਨੂੰ ਗੱਲ ਸਮਝ ਵਿੱਚ ਆ ਰਹੀ ਹੈ, ਜਿਹੜਾ ਵਾਸਤਵਿਕ ਧਰਮ ਦੇ ਵਿੱਚ ਜਾ ਰਿਹਾ ਹੈ, ਆਪਣੀ ਮੰਜ਼ਿਲ ਵੱਲ ਜਾ ਰਿਹਾ ਹੈ, ਆਪਣੇ ਘਰ ਜਾ ਰਿਹਾ ਹੈ, ਵਾਪਸ ਆ ਰਿਹਾ ਹੈ। ਪਰ ਬਾਕੀ ਥੋੜ੍ਹੀ ਹਨ, ਬਾਕੀ ਕਿੰਨੇ ਮੈਂਬਰ ਉਹਦੇ ਨਾਲ ਜੁੜੇ ਹੋਏ ਹਨ, ਉਹਦੇ ਪਰਿਵਾਰ ਦੇ ਮੈਂਬਰ ਕਿੰਨੇ ਹੋਣਗੇ, ਉਹਦੇ ਰਿਸ਼ਤੇਦਾਰ ਕਿੰਨੇ ਹੋਣਗੇ, ਦੋਸਤ ਕਿੰਨੇ ਹੋਣਗੇ, ਅਤੇ ਸਾਰੇ ਨਾਰਾਜ਼ ਹੋਣਗੇ ਅਤੇ ਵਿਘਨ ਵੀ ਪਾਉਣਗੇ, ਅੜਿੱਕਾ ਵੀ ਪਾਉਣਗੇ, ਰਸਤੇ ਦੇ ਵਿੱਚ ਰੋੜੇ ਵੀ ਵਸਾਉਣਗੇ। ਖਿਆਲ ਵਿੱਚ ਰੱਖੋ ਇਹ ਗੱਲਾਂ।
ਫਿਰ ਆਮ ਜੋ ਸਾਧਾਰਨ ਧਾਰਮਿਕ ਲੋਕ ਹਨ ਨਾ, ਉਹਨਾਂ ਤੇ ਸਮਾਜਿਕ ਲੋਕ ਖੁਸ਼ ਹੁੰਦੇ ਹਨ, ਕਿਉਂਕਿ ਉਹਨਾਂ ਦੇ ਵਿੱਚ ਤੇ ਆਮ ਸਮਾਜਿਕ ਪ੍ਰਾਣੀ ਦੇ ਵਿੱਚ ਕੋਈ ਫਰਕ ਥੋੜ੍ਹੀ ਹੈ। ਕੀ ਫਰਕ ਹੈ? ਸਿਰਫ ਫਰਕ ਇੰਨਾ ਕੀ ਹੈ ਵੀ ਉਹ ਧਾਰਮਿਕ ਲੋਕ ਜਿਹੜੇ ਹਨ ਬਾਹਰ ਮੁਖੀ, ਉਹ ਕਿਤੇ ਧਾਰਮਿਕ ਸਥਾਨ 'ਤੇ ਜਾ ਆਉਂਦੇ ਹਨ, ਪਾਠ ਪੂਜਾ ਕਰ ਲੈਂਦੇ ਹਨ, ਮੱਥੇ ਟੇਕ ਲੈਂਦੇ ਹਨ। ਬਾਕੀ ਕਾਰੋਬਾਰ ਤੇ ਉਹਨਾਂ ਵਾਂਗੂ ਕਰ ਰਹੇ ਹਨ, ਸੰਸਾਰੀਆਂ ਵਾਂਗੂ ਮੋਢੇ ਨਾਲ ਮੋਢਾ ਜੋੜ ਕੇ ਦੇਖੋ ਲੱਗੇ ਹੋਏ ਹਨ, ਸੰਸਾਰ ਦੇ ਵਿੱਚ ਉਲਝੇ ਹੋਏ ਹਨ। ਤੇ ਉਹਨਾਂ ਤੇ ਨਾਰਾਜ਼ਗੀ ਨਹੀਂ ਹੁੰਦੀ ਹੈ, ਉਹਨਾਂ ਤੇ ਸਗੋਂ ਜ਼ਿਆਦਾ ਖੁਸ਼ੀ ਹੁੰਦੀ ਹੈ। ਕਿੰਨਾ ਭਲਾ ਆਦਮੀ ਹੈ, ਦੇਖੋ ਕਹਿੰਦੇ ਹਨ। ਕੁਛ ਵੀ ਨਹੀਂ ਖਾਂਦਾ ਹੈ, ਖਾਂਦਾ ਪੀਂਦਾ ਕੁਝ ਨਹੀਂ, ਇੱਦਾਂ ਕਹਿਣਗੇ। ਖਾਂਦਾ ਪੀਂਦਾ ਤੇ ਰੋਟੀ ਪਾਣੀ ਤਾਂ ਖਾਂਦਾ ਹੀ ਹੋਊਗਾ, ਪਰ ਵੈਸਾ ਆਦਮੀ ਉਹਨਾਂ ਨੂੰ ਚੰਗਾ ਲੱਗਦਾ ਹੈ। ਕੋਈ ਨੁਕਸਾਨ ਨਹੀਂ ਕਰਦਾ, ਵਾਧੂ ਫਾਲਤੂ ਦੇ ਖਰਚੇ ਨਹੀਂ ਕਰਦਾ, ਕੰਮ ਕਰਦਾ ਹੈ, ਮਿਹਨਤ ਕਰਦਾ ਹੈ। ਤੇ ਬਾਹਰ ਸਾਰੇ ਹੀ ਕਾਰੋਬਾਰ ਵੈਸੇ ਹੀ ਨਿਭਾ ਰਿਹਾ ਹੈ ਜੈਸਾ ਸਮਾਜਿਕ ਪ੍ਰਾਣੀ ਨਿਭਾ ਰਿਹਾ ਹੈ। ਉਹਦੇ ਨਾਲ ਕੋਈ ਫਰਕ ਹੀ ਨਹੀਂ ਹੈ ਉਹਨੂੰ, ਇਸ ਕਰਕੇ ਉਹਦੇ 'ਤੇ ਨਾਰਾਜ਼ਗੀ ਨਹੀਂ ਹੁੰਦੀ ਹੈ। ਬਾਹਰ ਜੋ ਧਰਮ ਚੱਲ ਰਿਹਾ ਹੈ, ਉਹਨਾਂ ਧਾਰਮਿਕ ਲੋਕਾਂ 'ਤੇ ਕੋਈ ਨਾਰਾਜ਼ਗੀ ਕਿਸੇ ਨੂੰ ਨਹੀਂ ਹੁੰਦੀ ਨਹੀਂ ਹੈ, ਕਿਉਂਕਿ ਉਹ ਸੰਸਾਰ ਵੱਲ ਨੂੰ ਹੀ ਜਾ ਰਹੇ ਹਨ। ਪਰ ਇਹ ਜੋ ਹੈ ਮਾਰਗ ਵਾਸਤਵਿਕ, ਇਹ ਸੰਸਾਰ ਤੋਂ ਉਲਟਾ ਹੈ। ਇਹ ਉਲਟਾ ਹੈ, ਖਿਆਲ ਵਿੱਚ ਰੱਖੋ। ਇਹ ਸੰਸਾਰ 'ਚੋਂ ਬਾਹਰ ਆਉਣਾ ਹੈ, ਤੇ ਬਾਹਰ ਆਉਣ ਵਾਸਤੇ ਸੰਸਾਰ ਦੇ ਵਿੱਚੋਂ ਬਾਹਰ ਆਉਣਾ ਹੈ ਨਾ ਤੁਸੀਂ, ਤੇ ਸੰਸਾਰ ਵੱਲ ਨੂੰ ਪਿੱਠ ਹੋਵੇਗੀ, ਗੁਰੂ ਵੱਲ ਨੂੰ ਮੁੱਖ ਹੋਵੇਗਾ। ਤੇ ਜਿਨ੍ਹਾਂ ਵੱਲੋਂ ਤੁਸੀਂ ਪਿੱਠ ਕਰੋਗੇ ਨਾ, ਉਹ ਨਾਰਾਜ਼ ਹੋਣਗੇ। ਉਹ ਨਾਰਾਜ਼ਗੀ ਦੇ ਵਿੱਚ ਹੋ ਸਕਦਾ ਹੈ ਤੁਹਾਨੂੰ ਨੁਕਸਾਨ ਵੀ ਪਹੁੰਚਾਉਣ। ਖਿਆਲ ਵਿੱਚ ਰੱਖੋ, ਇਹ ਸੰਸਾਰੀ ਲੋਕ ਬਹੁਤ ਕੁਛ ਕਰਨਗੇ, ਕਰਦੇ ਵੀ ਹਨ। ਇਹ ਮੈਂ ਤਾਂ ਕਹਿ ਰਿਹਾ ਵੀ ਐਸੀਆਂ ਸਮੱਸਿਆਵਾਂ ਬਹੁਤਿਆਂ ਨੂੰ ਆ ਰਹੀਆਂ ਹਨ, ਤੇ ਬਹੁਤ ਰੋਕਣ ਦੀ ਕੋਸ਼ਿਸ਼ ਕਰਨਗੇ। ਹੋ ਸਕਦਾ ਪੁੱਠੀਆਂ ਸਿੱਧੀਆਂ ਗੱਲਾਂ ਵੀ ਬਣਾਉਣ, ਕੁਛ ਕਰਨ, ਰੁਕਾਵਟਾਂ ਪਾਉਣ। ਤੇ ਪਹਿਲਾਂ ਤੇ ਹੈ ਤੁਹਾਡਾ ਮਨ ਸੰਸਾਰ ਵੱਲੋਂ ਹਟਣਾ, ਇਹ ਬਹੁਤ ਔਖਾ ਹੈ, ਆਪਣਾ ਹੀ ਨਹੀਂ ਹਟਦਾ। ਫਿਰ ਦੂਸਰਿਆਂ ਦਾ ਜੋ ਤੁਹਾਡੇ ਨਾਲ ਸੰਬੰਧ ਹੈ ਉਹ ਟੁੱਟਣਾ। ਦੋ ਪੱਖੀ ਹੈ ਨਾ ਇਹ ਬੰਧਨ, ਪਹਿਲਾਂ ਤਾਂ ਤੁਹਾਡਾ ਬੰਧਨ ਹੈ, ਇਹੋ ਹੀ ਨਹੀਂ ਟੁੱਟਦਾ ਹੈ, ਬਹੁਤ ਕਠਿਨ ਹੈ। ਆ 2-3 ਦਿਨ ਪਹਿਲਾਂ ਹੀ ਇੱਥੇ ਸੇਵਾਦਾਰਾਂ ਦਾ ਇੱਕ ਮਿੱਤਰ ਆਇਆ ਸੀ। ਮੈਂ ਉਹਦੇ ਲੜਕੇ ਨੂੰ ਪੁੱਛਿਆ ਵੀ ਤੂੰ ਕਿਵੇਂ ਆਪਣੇ ਪਿਤਾ ਨੂੰ ਛੁੱਟੀ ਦਿੰਦਾ ਹੈ, ਵੀ ਇਹਦੇ ਮਿੱਤਰ ਤੇ ਲੱਗੇ ਹੋਏ ਹਨ। ਕਹਿੰਦਾ ਹਾਂ ਮੈਂ ਤਾਂ ਬਿਲਕੁਲ ਇਹਨਾਂ ਨੂੰ ਕਿਹਾ ਹੈ, ਖੁੱਲ੍ਹੀ ਛੁੱਟੀ ਦਿੱਤੀ। ਤੇ ਮੈਂ ਕਿਹਾ ਦੇਖੋ ਤੁਹਾਨੂੰ ਛੁੱਟੀਆਂ ਵੀ ਮਿਲ ਰਹੀਆਂ ਹਨ ਘਰ ਤੋਂ ਬੱਚਿਆਂ ਵੱਲੋਂ, ਤਾਂ ਵੀ ਤੁਹਾਡਾ ਮਨ ਉੱਧਰੋਂ ਹਟ ਨਹੀਂ ਰਿਹਾ ਹੈ। ਇੱਕ ਤਾਂ ਹਨ ਕੁਛ ਐਸੇ ਪ੍ਰੇਮੀ ਜਿਨ੍ਹਾਂ ਦੇ ਬੱਚੇ ਛੋਟੇ ਹਨ, ਉਹ ਸੋਚਦੇ ਹਨ ਵੀ ਬੜੇ ਹੋ ਗਏ ਨਾ ਤੇ ਫਿਰ ਅਸੀਂ ਫਰੀ ਹੋ ਜਾਵਾਂਗੇ ਕਾਰੋਬਾਰ ਸਾਂਭ ਕੇ। ਤੇ ਜਿਨ੍ਹਾਂ ਦੇ ਕਾਰੋਬਾਰ ਸਾਂਭ ਰਹੇ ਹਨ ਬੱਚੇ, ਉਹ ਵੀ ਭੱਜ ਕੇ ਉਹ ਕਾਰੋਬਾਰਾਂ ਵੱਲ ਜਾਂਦੇ ਹਨ, ਕਿਉਂਕਿ ਆਦਤ ਬਣ ਚੁੱਕੀ ਹੈ ਮਨ ਦੀ। ਜੋ ਖਿਲਾਰੇ ਪਾਏ ਹਨ ਨਾ ਪਿੱਛੇ, ਉੱਧਰ ਨੂੰ ਭੱਜਦਾ ਹੈ ਮਨ, ਤੇ ਵਾਰ-ਵਾਰ ਨੱਠਦਾ ਹੈ, ਵਾਰ-ਵਾਰ ਜਾਂਦਾ ਹੈ। ਤੇ ਮੈਂ ਵੀ ਕਿਹਾ ਹੋਇਆ ਹੈ ਵੀ ਜਦੋਂ ਤੁਹਾਡਾ ਮਨ ਵਾਪਸ ਘਰ ਨੂੰ ਕਰੇ, ਘਰ ਬਾਰੇ ਸੋਚੇ ਜਾਂ ਕਾਰੋਬਾਰ ਬਾਰੇ ਸੋਚੇ, ਤੇ ਤੁਸੀਂ ਨੱਠ ਜਾਓ ਇੱਥੋਂ ਵਾਪਸ। ਵੀ ਇੱਥੇ ਸੇਵਾ ਕਰਨ ਦਾ ਉਦੋਂ ਹੀ ਲਾਭ ਹੈ
ਜਦੋਂ ਪੂਰਾ ਪੂਰਾ ਮਨ ਤੁਹਾਡਾ ਸੇਵਾ 'ਚ ਹੋਊਗਾ ਤਾਂ ਹੀ ਸੇਵਾ ਸਿਮਰਨ ਬਣੇਗੀ। ਸੇਵਾ ਸਿਮਰਨ ਹੈ, ਸੇਵਾ ਭਜਨ ਹੈ। ਸੇਵਾ ਦੁਆਰਾ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਫਿਰ ਨਿਸ਼ਕਾਮ ਤੁਸੀਂ ਉਦੋਂ ਹੀ ਹੋਵੋਗੇ ਜੋ ਸੰਸਾਰ ਨਾਲ ਟੋਟਲ ਮੋਹ ਟੁੱਟ ਗਿਆ। ਖਿਆਲ ਵਿੱਚ ਰੱਖਿਓ, ਉਹਨਾਂ ਚਿਰ ਤੁਸੀਂ ਨਿਸ਼ਕਾਮ ਹੋ ਹੀ ਨਹੀਂ ਸਕਦੇ ਜਿੰਨਾ ਚਿਰ ਮੋਹ ਹੈ। ਕਿਵੇਂ ਹੋਵੋਗੇ? ਕਿਉਂਕਿ ਕੋਈ ਨਾ ਕੋਈ ਉਲਝਣ ਪਿੱਛੇ ਪਈ ਰਹੇਗੀ ਅਤੇ ਤੁਹਾਡੇ ਮਨ ਦੇ ਵਿੱਚ ਖਿਆਲ ਹੋਊਗਾ ਵੀ ਉਹ ਉਲਝਣ ਸੁਲਝ ਜਾਵੇ, ਉਹ ਕਾਰੋਬਾਰ ਬਣ ਜਾਵੇ, ਇੱਦਾਂ ਹੋ ਜਾਵੇ, ਜੇ ਹੋ ਜਾਵੇ। ਅਤੇ ਕਾਮਨਾ ਤਾਂ ਚੱਲਦੀ ਰਹੇਗੀ ਨਾ। ਜਦੋਂ ਪਿੱਛੋਂ ਟੁੱਟ ਗਿਆ ਟੋਟਲ ਮੋਹ, ਫਿਰ ਕਾਮਨਾ ਸਮਾਪਤ ਹੋਵੇਗੀ। ਅਤੇ ਜਿੰਨਾ ਚਿਰ ਮੋਹ ਹੈ, ਪਿੱਛੇ ਮਨ ਜਾ ਰਿਹਾ ਹੈ, ਅਤੇ ਤੁਸੀਂ ਸੇਵਾ ਵੀ ਕਰਦੇ ਹੋ ਨਾ, ਅਤੇ ਮਨ ਤਾਂ ਪਿੱਛੇ ਹੈ ਤੁਹਾਡਾ। ਸੇਵਾ ਮਨ ਦੁਆਰਾ ਹੋਵੇਗੀ। ਸਿਰਫ ਤਨ ਦੁਆਰਾ ਸੇਵਾ ਥੋੜ੍ਹੀ ਹੁੰਦੀ ਹੈ, ਤਨ ਦੁਆਰਾ ਕੰਮ ਹੁੰਦਾ ਹੈ। ਸੇਵਾ ਅਤੇ ਕੰਮ ਦਾ ਇਹੋ ਹੀ ਫਰਕ ਹੈ। ਅਤੇ ਜਦੋਂ ਪੂਰਾ ਦਾ ਪੂਰਾ ਮਨ ਸੇਵਾ ਦੇ ਵਿੱਚ ਹੋਵੇਗਾ, ਅਤੇ ਫਿਰ ਪਿੱਛੋਂ ਚੇਤਾ ਭੁੱਲੇਗਾ, ਯਾਦ ਭੁੱਲੇਗੀ ਸੰਸਾਰ ਦੀ। ਸੰਸਾਰ ਦੀ ਯਾਦ ਭੁਲਾਉਣ ਵਾਸਤੇ ਇਹ ਸੇਵਾ ਹੈ। ਸਿਮਰਨ ਵੀ ਸੰਸਾਰ ਦੀ ਯਾਦ ਭੁਲਾਉਣ ਵਾਸਤੇ ਕਰਨਾ ਹੈ, ਧਿਆਨ ਵੀ ਯਾਦ ਭੁਲਾਉਣ ਵਾਸਤੇ ਕਰਨਾ ਹੈ। ਸੰਸਾਰ ਦੀ ਯਾਦ ਭੁਲਾਉਣ ਵਾਸਤੇ ਪਰਮਾਤਮਾ ਦਾ ਨਾਮ ਜਪਣਾ ਹੈ ਨਾ, ਅਤੇ ਸੇਵਾ ਵੀ ਵੈਸੇ ਹੀ ਹੈ, ਸੰਸਾਰ ਦੀ ਯਾਦ ਭੁਲਾਉਣ ਵਾਸਤੇ। ਅਤੇ ਪੂਰੇ ਧਿਆਨ ਪੂਰਵਕ ਪ੍ਰੇਮ ਨਾਲ, ਸ਼ਰਧਾ ਭਾਵਨਾ ਨਾਲ ਅਗਰ ਸੇਵਾ ਹੋਵੇਗੀ, ਧਿਆਨ ਵਿੱਚ ਹੋਵੇਗਾ, ਅਤੇ ਧਿਆਨ ਪੂਰਵਕ ਜਦੋਂ ਆਪਾਂ ਕੋਈ ਕੰਮ ਕਰੀਏ, ਉਹ ਆਪਾਂ ਨੂੰ ਚੰਗਾ ਵੀ ਬਹੁਤ ਲੱਗਦਾ ਹੈ, ਕਿਉਂਕਿ ਧਿਆਨ ਵਿੱਚ ਹੁੰਦਾ ਹੈ। ਜਿਵੇਂ ਛੋਟੇ ਬੱਚੇ ਖੇਡਦੇ ਹਨ ਧਿਆਨ ਪੂਰਵਕ, ਕਿੰਨਾ ਚੰਗਾ ਲੱਗਦਾ ਉਹਨਾਂ ਨੂੰ। ਖੇਡਦੇ ਖੇਡਦੇ ਸ਼ਾਮਾਂ ਪੈ ਜਾਂਦੀਆਂ, ਰੋਟੀ ਪਾਣੀ ਵੀ ਭੁੱਲ ਜਾਂਦੇ ਹਨ। ਇੱਦਾਂ ਹੀ ਹੈ ਸੇਵਾ। ਜਿਹੜਾ ਸੇਵਾ ਇਸ ਢੰਗ ਨਾਲ ਕਰਦਾ ਹੈ ਭਾਵਨਾ ਨਾਲ, ਉਹਨੂੰ ਵੀ ਉਹਦੀ ਹੀ ਪ੍ਰਾਪਤੀ ਹੋ ਜਾਂਦੀ, ਜਿਹਦੀ ਪ੍ਰਾਪਤੀ ਧਿਆਨ ਦੁਆਰਾ ਹੁੰਦੀ, ਸਾਧਨਾ ਦੁਆਰਾ ਹੁੰਦੀ, ਦੁਆਰਾ ਹੁੰਦੀ।